ਤੁਸੀਂ अपने हैसियत के हिसाब तो ज़्यादा पैसे उड़ाना शुरू कर देंगे हो, फिर उत्थे जाके तंगी शुरू हो जाती है। लेकिन बंदे ये नहीं देखते कि वो जो महीने के 2 लाख रुपये कमा रहे, तुसी कमा रहे हो 30,000 रुपये, तुसी वो मुकाबला किवें कर लोगे? ना तुहानूं रिश्तेदार भी जो तुहानूं बोलणगे कि तू किद्दां दा विआह कीता, नॉर्मली करता, तो वो भी किन्ने दिन बोलणगे। ਤਾਂ हर जगह ਤੇ संभल के चलना चाहिए, फजूल खर्ची नहीं करनी चाहिए। ਵਿਆਹਾਂ ਦੇ ਵਿੱਚ ਵੀ ਇੰਨੀ ਜ਼ਿਆਦਾ ਫਜ਼ੂਲ ਖਰਚੀ ਕੀਤੀ ਜਾਂਦੀ ਹੈ, ਤੁਸੀਂ ਦੇਖਿਆ ਹੋਣਾ ਇੱਕ ਚੀਜ਼ ਦੀ ਜਗ੍ਹਾ ਤੇ 4 ਚੀਜ਼ਾਂ ਰੱਖੀਆਂ ਹੋਣਗੀਆਂ। ਜਿਸ ਤਰ੍ਹਾਂ ਦੀ ਉੱਥੇ ਸਜਾਵਟ ਕੀਤੀ ਜਾਂਦੀ ਹੈ, ਜਿਵੇਂ ਉੱਥੇ ਨਾਚ ਗਾਣਾ ਕੀਤਾ ਜਾਂਦਾ, ਉਹ ਸਭ ਨੂੰ ਉੱਥੇ ਬੁਲਾਇਆ ਜਾਂਦਾ ਹੈ। ਕਹਿਣ ਨੂੰ ਤਾਂ ਇਹ ਕਹਿੰਦੇ ਨੇ ਕਿ ਬੜਾ ਅਸੀਂ ਆਪਣੇ ਆਪ ਨੂੰ ਪੇਸ਼ ਕਰ ਰਹੇ ਹਾਂ ਕਿ ਸਾਡੇ ਕੋਲ ਕਿੰਨਾ ਪੈਸਾ ਹੈ। ਪੈਸਾ ਹੀ ਨੁਮਾਇਸ਼ ਲਗਾਈ ਜਾ ਰਹੀ ਹੁੰਦੀ ਇੱਕ ਤਰ੍ਹਾਂ ਦੇ ਨਾਲ ਕਿ ਸਾਡੇ ਕੋਲ ਕਿੰਨਾ ਪੈਸਾ ਸੀ, ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਦੋਂ ਕਿ ਜ਼ਿੰਦਗੀ ਭਰ ਦੀ ਕਮਾਈ ਨੂੰ ਦਾਅ ਤੇ ਲਾਇਆ ਜਾਂਦਾ ਹੈ, ਕਰਜ਼ਾ ਚੁੱਕਿਆ ਜਾਂਦਾ ਹੈ, ਆਉਣ ਵਾਲੇ ਕੁਝ ਮਹੀਨਿਆਂ ਨੂੰ ਤੰਗੀ ਦੇ ਵਿੱਚ ਕੱਟਿਆ ਜਾਂਦਾ ਹੈ, ਅਤੇ ਫਿਰ ਉਹ ਪੈਸੇ ਦੀ ਨੁਮਾਇਸ਼ ਕਿਸ ਚੀਜ਼ ਦੀ ਨੁਮਾਇਸ਼ ਹੋਈ ਹੈ? ਤਾਂ ਫਿਰ ਬੇਵਕੂਫੀ ਹੋਈ ਨਹੀਂ ਤੁਹਾਡੀ ਗੱਲ ਬਿਲਕੁਲ ਸਹੀ ਹੈ, ਲੇਕਿਨ ਗੱਲ ਨਾ ਉੱਥੇ ਜਾ ਕੇ ਅੜਦੀ ਹੈ ਜਿੱਥੇ ਤੁਸੀਂ ਕਿ ਜਿੰਨਾ ਤੁਹਾਡੇ ਕੋਲ ਪੈਸਾ ਹੈ ਉਸ ਦੇ ਹਿਸਾਬ ਨਾਲ ਹੀ ਤੁਹਾਨੂੰ ਖਰਚਣਾ ਚਾਹੀਦਾ। ਪਰ ਜਿੱਥੇ ਤੁਸੀਂ ਦੇਖਦੇ ਹੋ ਕਿ ਕਈ ਲੋਕ ਹੁੰਦੇ ਨੇ ਉਹ ਕਰਜ਼ਾ ਚੱਕ ਲੈਂਦੇ ਨੇ ਜਾਂ ਫਿਰ ਕਿਤੋਂ ਮੰਗ ਲੈਂਦੇ ਨੇ ਪੈਸਾ, ਉੱਥੇ ਜਾ ਕੇ ਕੰਮ ਖਰਾਬ ਹੁੰਦਾ। ਕਿਉਂਕਿ ਜੇ ਤੁਸੀਂ ਕਿਤੋਂ ਹੋਰ ਕਰਜ਼ਾ ਲੈ ਕੇ ਪੈਸੇ ਲੈ ਕੇ ਵਿਆਹ ਕਰਵਾ ਰਹੇ ਹੋ ਜਾਂ ਫਿਰ ਉਹਨੂੰ ਬਹੁਤ ਜ਼ਿਆਦਾ ਤੁਸੀਂ ਪੈਸੇ ਉਡਾ ਰਹੇ ਹੋ, ਫਿਜ਼ੂਲ ਖਰਚੀ ਕਰ ਰਹੇ ਹੋ, ਜੇ ਤਾਂ ਤੁਸੀਂ ਨੋਰਮਲ ਅੱਜ ਕੱਲ੍ਹ ਸਾਦੇ ਵਿਆਹ ਵਧੀਆ ਚੱਲਦੇ ਨੇ, ਵਧੀਆ ਸਾਰੇ ਅੱਜ ਕੱਲ੍ਹ ਸਾਦੇ ਵਿਆਹ ਕਰਨਾ ਸ਼ੁਰੂ ਕਰਤਾ, ਬਹੁਤ ਵਧੀਆ ਗੱਲ ਹੈ। ਲੇਕਿਨ ਸਾਡਾ ਇਹ ਮੰਨਣਾ ਹੈ ਕਿ ਜਿਹੜੇ ਸਾਦੇ ਵਿਆਹ ਹੈ ਜਾਂ ਫਿਰ ਜਿਹੜੇ ਲੋਕ ਫਜ਼ੂਲ ਖਰਚੀ ਕਰਦੇ ਨੇ ਉਹ ਜ਼ਿਆਦਾ ਖਰਾਬ ਕਰਦੇ ਨੇ। ਜਿੰਨੇ ਤੁਹਾਡੇ ਪੈਸੇ ਚਲੋ ਹੁੰਦੇ ਨੇ ਖਰਚੇ ਵਾਸਤੇ ਹੁੰਦੇ ਨੇ ਕਿ ਇਹੀ ਚੀਜ਼ਾਂ ਇਹੀ ਕੰਮ ਵਾਸਤੇ ਹੁੰਦੇ ਨੇ ਕਿ ਚਲੋ ਇੱਥੇ ਖਰਚਿਆ ਜਾਵੇ, ਲੇਕਿਨ ਜੇ ਤੁਸੀਂ ਆਪਣੇ ਹੈਸੀਅਤ ਦੇ ਹਿਸਾਬ ਤੋਂ ਜ਼ਿਆਦਾ ਪੈਸੇ ਉਡਾਉਣਾ ਸ਼ੁਰੂ ਕਰ ਦਿੰਦੇ ਹੋ, ਫਿਰ ਉੱਥੇ ਜਾ ਕੇ ਤੰਗੀ ਸ਼ੁਰੂ ਹੋ ਜਾਂਦੀ ਹੈ, ਉਹਨਾਂ ਦੇ ਲਈ ਹੀ ਮੁਸੀਬਤ ਬਣ ਜਾਂਦੀ ਹੈ। ਉਹ ਵਿਆਹਾਂ ਦੇ ਵਿੱਚ ਮੈਂ ਕੁਝ ਗੱਲਾਂ ਦੇਖੀਆਂ ਨੇ, ਹਰ ਕੋਈ ਹੁਣ ਜਿਵੇਂ ਵਿਆਹਾਂ ਦੇ ਸੀਜ਼ਨ ਚੱਲ ਰਿਹਾ, ਇੱਕ ਤਾਂ ਨਾਚ ਗਾਣਾ ਸ਼ੁਰੂ ਕਰ ਦਿੰਦੇ ਨੇ, ਕੁੜੀਆਂ ਮੁੰਡਿਆਂ ਨੂੰ ਭੰਗੜੇ ਵਾਲੇ ਨੂੰ ਬੁਲਾ ਲੈਂਦੇ ਨੇ ਔਰ ਅੱਗੋਂ ਇਹ ਦਿਮਾਗ ਲਗਾ ਕੇ ਕਹਿਣਗੇ ਕਿ ਅਸੀਂ ਤਾਂ ਇਹਨਾਂ ਨੂੰ ਰੁਜ਼ਗਾਰ ਦੇ ਰਹੇ ਹਾਂ। ਕਿ ਇਹ ਰੁਜ਼ਗਾਰ ਦੇਣ ਦਾ ਤਰੀਕਾ ਹੈ? ਕੀ ਤੁਹਾਨੂੰ ਲੱਗਦਾ ਹੈ ਕਿ ਨਾ ਮੁੰਡੇ ਕੁੜੀਆਂ ਨੂੰ ਜੇ ਆਪਾਂ ਨਾਚ ਗਾਣੇ ਲਈ ਪੈਸੇ ਨਹੀਂ ਦੇਵਾਂਗੇ, ਕੁਝ ਹੋਰ ਨਹੀਂ ਕਰਾਂਗੇ? ਇਹਦੇ ਵਿੱਚ ਸਹੀ ਗੱਲ ਵੀ ਹੈ ਕਿ ਹਾਂ ਵੀ ਅਸੀਂ ਉਹਨੂੰ ਪੈਸੇ ਦੇ ਰਹੇ ਹਾਂ, ਠੀਕ ਹੈ, ਉਹ ਵੀ ਇੱਕ ਚੀਜ਼ ਹੀ ਕਰ ਰਹੇ ਨੇ, ਮਤਲਬ ਕਿ ਮਿਹਨਤ ਹੀ ਕਰ ਰਹੇ ਇੱਕ ਤਰ੍ਹਾਂ ਦੀ, ਠੀਕ ਹੈ। ਲੇਕਿਨ ਗੱਲ ਉੱਥੇ ਹੀ ਜਾ ਕੇ ਫਿਰ ਅੜ ਜਾਂਦੀ ਹੈ ਕਿ ਤੁਸੀਂ ਆਪਣੇ ਹੈਸੀਅਤ ਦੇ ਹਿਸਾਬ ਨਾਲ ਪੈਸੇ ਖਰਚੋ ਵਿਆਹ ਤੇ ਵਿਆਹਾਂ ਦੇ ਵਿੱਚ ਜਦੋਂ ਨੱਚ ਰਿਹਾ ਹੁੰਦਾ ਕੋਈ ਜਾਂ ਫਿਰ ਕੋਈ ਗਾ ਰਿਹਾ ਹੁੰਦਾ, ਤੁਸੀਂ ਇਹਨਾਂ ਨੂੰ ਹੀ ਲੈ ਲਓ ਜਿਹੜੇ ਕਿ ਬੁਲਾਏ ਜਾਂਦੇ ਨੇ ਡਾਂਸ ਕਰਨ ਲਈ, ਡਾਂਸਰਸ ਹੁੰਦੇ ਨੇ, ਇਹਨਾਂ ਦੇ ਉੱਪਰ ਵੀ ਪੈਸਿਆਂ ਦਾ ਮੀਂਹ ਵਰਸਾਇਆ ਜਾਂਦਾ ਹੈ। ਖੁਦ ਨੱਚ ਰਹੇ ਨੇ, ਉੱਥੇ ਵੀ ਨੋਟ ਗਿਰੇ ਜਾਂਦੇ ਨੇ। ਆਪਾਂ ਸਭ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜਿਹੜੀ ਆਹ ਪੈਸੇ ਗਿਰਨ ਵਾਲੀਆਂ ਚੀਜ਼ਾਂ ਨੇ, ਗੱਲਾਂ ਨੇ, ਹਾਲਾਤ ਨੇ, ਤੁਸੀਂ ਕਿੱਥੇ ਦੇਖੇ ਨੇ? ਜ਼ਿਆਦਾਤਰ ਭਾਵੇਂ ਫਿਲਮਾਂ ਹੋਣ ਚਾਹੇ ਗਾਣੇ ਹੋਣ, ਤੁਸੀਂ ਕਿੱਥੇ ਜ਼ਿਆਦਾਤਰ ਇਹ ਚੀਜ਼ਾਂ ਨੂੰ ਨੋਟਿਸ ਕੀਤਾ ਕਿ ਕਿਹਨਾਂ ਦੇ ਉੱਪਰ ਪੈਸੇ ਉਡਾਏ ਜਾਂਦੇ ਨੇ? ਸਾਰੇ ਚੰਗੀ ਤਰ੍ਹਾਂ ਜਾਣਦੇ ਨੇ। ਅੱਜ ਕੱਲ੍ਹ ਦੇ ਮੁੰਡੇ ਕੁੜੀਆਂ ਨੂੰ ਸਾਰੀਆਂ ਗੱਲਾਂ ਸਾਫ਼ ਤੌਰ 'ਤੇ ਪਤਾ ਨੇ ਅਤੇ ਇਹਨਾਂ ਗੱਲਾਂ ਤੋਂ ਵਰਜਿਆ ਵੀ ਗਿਆ ਹੈ, ਪਰ ਫਿਰ ਵੀ ਅਜਿਹਾ ਕਰਨਾ ਕਿੰਨਾ ਕੁ ਸਹੀ ਹੈ? ਹਾਂਜੀ, ਨਹੀਂ ਇਹ ਤਾਂ ਫਜ਼ੂਲ ਖਰਚੀ ਹੀ ਹੈ, ਕਿਉਂਕਿ ਪੈਸੇ ਉਡਾਉਣਾ ਕੋਈ ਸਹੀ ਗੱਲ ਨਹੀਂ ਹੈ। ਜੇ ਤੁਸੀਂ ਕਿਸ ਡੀਜੇ ਵਾਲੇ ਬੁਲਾਏ, ਮੰਨ ਲਓ ਕਿ ਜੇ ਡੀਜੇ ਵਾਲੇ ਨੂੰ ਤੁਸੀਂ ਕਿਹਾ ਹੈ ਕਿ ਅਸੀਂ ਇੰਨੇ ਪੈਸੇ ਤੁਹਾਨੂੰ ਦੇਵਾਂਗੇ, ਆਫਕੋਰਸ ਕਿ ਉਹਨਾਂ ਨੂੰ ਪੈਸੇ ਮਿਲ ਹੀ ਜਾਣਗੇ ਉਹ, ਪਰ ਜਿਹੜੇ ਤੁਸੀਂ ਦਿਖਾਵੇ ਲਈ ਜਾਂ ਫਿਰ ਕੈਮਰੇ ਦੇ ਵਿੱਚ ਸਾਡੀ ਵੀਡੀਓ ਬਣ ਜੂਗੀ ਅਸੀਂ ਇੰਨੇ ਪੈਸੇ ਸੁੱਟੇ, ਇੰਨੇ ਪੈਸੇ, ਉਹ ਤਾਂ ਇੱਕ ਤਰ੍ਹਾਂ ਦੀ ਫਜ਼ੂਲ ਖਰਚੀ ਹੀ ਮੰਨੀ ਜਾਂਦੀ ਹੈ। ਉਹ ਕੋਈ ਜ਼ਿਆਦਾ ਸਹੀ ਗੱਲ ਨਹੀਂ ਹੈ ਔਰ ਸਾਰਿਆਂ ਨੂੰ ਪਤਾ ਹੈ ਕਿ ਇਹ ਜੇ ਪੈਸੇ ਉਡਾਉਂਦੇ ਆ, ਪਹਿਲਾਂ ਕਿੱਥੇ ਪੈਸੇ ਉਡਾਏ ਜਾਂਦੇ ਸੀ। ਇੱਕ ਗਲਤ ਤਰੀਕੇ ਦੇ ਨਜ਼ਰੀਆ ਜਾਂ ਵੀ ਲੋਕਾਂ ਦੀ ਨਿਗਾਹ ਦੇ ਵਿੱਚ ਬਣ ਜਾਂਦਾ ਭਾਵੇਂ। ਨਹੀਂ ਅੱਜ ਕੱਲ੍ਹ ਉਹ ਬੰਦੇ ਦੀ ਸੋਚ ਨਹੀਂ ਰਹੀ, ਹੁਣ ਉਹ ਬੰਦਾ ਅੱਗੇ ਤੋਂ ਅੱਗੇ ਵੱਧ ਰਿਹਾ। ਹੁਣ ਇਹ ਲੋਕ ਨਹੀਂ ਸੋਚਦੇ ਕਿ ਅੱਜ ਕੱਲ੍ਹ ਰਿਵਾਜ ਹੀ ਬਣ ਗਿਆ ਰਿਵਾਜ ਹੈ ਕਿ ਹਾਂ ਉੱਥੇ ਉਡਾਏ ਸੀ ਤਾਂ ਅਸੀਂ ਵੀ ਉਡਾ ਦਈਏ, ਉੱਥੇ ਅਸੀਂ 5,000 ਲੈ ਕੇ ਗਏ ਸੀ, ਇੱਥੇ ਅਸੀਂ 10,000 ਲੈ ਕੇ ਜਾਵਾਂਗੇ। ਨਵੇਂ ਨੋਟ ਕਢਵਾ ਕੇ ਉਡਾਏ ਜਾਂਦੇ ਨੇ ਅਤੇ ਬਿਲਕੁਲ ਹੀ ਸਰਾਸਰ ਇੱਕ ਬੇਫਜ਼ੂਲ ਦੀ ਚੀਜ਼ ਆ ਜਿਸ ਦੀ ਵਿਆਹ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਜ਼ਰੂਰਤ ਹੁੰਦੀ ਹੈ। ਤਾਂ ਫਜ਼ੂਲ ਖਰਚੀ ਇੱਥੇ ਉਹਨੂੰ ਮੰਨਿਆ ਜਾਏਗਾ ਜਿੱਥੇ ਬੰਦੇ ਦੇ ਘਰ ਦੇ ਵਿੱਚ ਉਹਦੀ ਮਹੀਨੇ ਦੀ ਤਨਖਾਹ ਮੰਨ ਲਓ ਕਿ ਉਹਨੇ ਜੋੜ ਕੇ ਜੇਕਰ ਰੱਖੀ ਵੀ ਹੈ ਤਾਂ ਉਹਦੇ ਕੋਲ ਲੱਖ ਰੁਪਇਆ ਹੋ ਗਿਆ ਕਿ ਚਲੋ ਮੈਂ ਸੇਵ ਕਰ ਲਿਆ, ਮੇਰੇ ਕੋਲ ਵਾਧੂ ਪੈਸਾ ਪਿਆ ਲੱਖ ਰੁਪਇਆ, ਅਤੇ ਮੈਂ ਵਿਆਹ 'ਤੇ ਬਿਨਾਂ ਸੋਚੇ ਖਰਚ ਸਕਦਾ ਕਿਉਂਕਿ ਮੇਰੇ ਕੋਲ ਤਨਖਾਹ ਵੀ ਕੱਢੀ ਪਈ ਹੈ ਆਪਣੀ ਘਰਦਿਆਂ ਦੇ ਗੁਜ਼ਾਰੇ ਦੇ ਲਈ। ਕਿਉਂਕਿ ਸਿਰਫ ਵਿਆਹ ਦਾ ਹੀ ਖਰਚਾ ਨਹੀਂ ਹੁੰਦਾ, ਵਿਆਹ ਤੋਂ ਬਾਅਦ ਕਈ 100 ਖਰਚੇ ਸ਼ੁਰੂ ਹੋ ਜਾਂਦੇ ਨੇ। ਜਦੋਂ ਕੋਈ ਨਵੀਂ ਕੁੜੀ ਘਰ ਦੇ ਵਿੱਚ ਆ ਜਾਂਦੀ ਹੈ ਜਾਂ ਫਿਰ ਮੁੰਡਾ ਵੀ ਵਿਆਹ ਤੋਂ ਬਾਅਦ ਕੀਤੇ ਜਾਂਦਾ ਤਾਂ ਉਸਦੇ ਖਰਚੇ ਵੱਧ ਜਾਂਦੇ ਨੇ।
ਤੇ ਇਹਦੇ ਨਾਲ ਹੀ ਜਦੋਂ ਬੰਦਾ ਖਰਚਾ ਕਰਨਾ ਸ਼ੁਰੂ ਕਰਦਾ ਤਾਂ ਉਹ ਵੱਧਦਾ ਜਾਂਦਾ ਹੈ। ਜਿੰਨੀ ਉਸਦੀ ਆਮਦਨ ਹੈ, ਜੇਕਰ ਉਸ ਤੋਂ ਵੱਧ ਖਰਚੇਗਾ, ਜੇਕਰ ਆਪਣੀ ਚਾਦਰ ਤੋਂ ਬਾਹਰ ਪੈਰ ਕੱਢੇਗਾ ਤਾਂ ਉਸਦਾ ਆਪਣਾ ਹੀ ਨੁਕਸਾਨ ਹੋਣਾ ਹੈ ਤੇ ਉਹੀ ਹੁੰਦਾ ਆ ਰਿਹਾ ਹੈ। ਤੇ ਇਹਦੇ ਕਰਕੇ ਹੀ ਕਈ ਲੋਕ ਆਪਣੀ ਜਾਨ ਵੀ ਗਵਾਉਂਦੇ ਨੇ, ਬਾਅਦ ਦੇ ਵਿੱਚ ਮੁਸ਼ਕਿਲਾਂ ਦੇ ਵਿੱਚ ਘਿਰਦੇ ਨੇ, ਕਿਉਂਕਿ ਕਰਜ਼ਾਈ ਹੋ ਜਾਂਦੇ ਨੇ, ਭਾਵੇਂ ਕਰਜ਼ਾ ਬੈਂਕ ਤੋਂ ਲਿਆ ਜਾਂ ਫਿਰ ਰਿਸ਼ਤੇਦਾਰ ਤੋਂ ਲਿਆ। ਲੋਕ ਦਿਖਾਵੇ ਵਾਸਤੇ ਕਰ ਰਹੇ ਨੇ ਅੱਜ ਕੱਲ ਇਹ ਸੋਚਦੇ ਨੇ ਕਿ ਯਾਰ ਉਹਨੇ ਆਪਣੀ ਕੁੜੀ ਦਾ ਵਿਆਹ ਇੰਨਾ ਵਧੀਆ ਕੀਤਾ, ਮੈਂ ਵੀ ਆਪਣੀ ਕੁੜੀ ਦਾ ਵਿਆਹ ਇੱਦਾਂ ਕਰੂੰਗਾ। ਲੇਕਿਨ ਬੰਦੇ ਇਹ ਨਹੀਂ ਦੇਖਦੇ ਕਿ ਉਹ ਜਿਹੜਾ ਮਹੀਨੇ ਦੇ 2 ਲੱਖ ਰੁਪਏ ਕਮਾ ਰਿਹਾ, ਤੁਸੀਂ ਕਮਾ ਰਹੇ ਹੋ 30,000 ਰੁਪਏ, ਤੁਸੀਂ ਉਹਦੇ ਨਾਲ ਮੁਕਾਬਲਾ ਕਿਵੇਂ ਕਰ ਲੋਗੇ, ਹਨਾ। ਤੇ ਲੋਕ ਸੋਚਦੇ ਨੇ ਕਿ ਯਾਰ ਦੁਨੀਆ ਕੀ ਕਹੂਗੀ। ਜਦ ਦੁਨੀਆ ਦਾ ਤੁਸੀਂ ਸੋਚ ਰਹੇ ਹੋ, ਤੁਸੀਂ ਆਪਣਾ ਕਿਉਂ ਨਹੀਂ ਸੋਚ ਰਹੇ, ਹਨਾ, ਕਿ ਵੀ ਤੁਹਾਡਾ ਕੀ ਹਾਲ ਹੋਗਾ। ਔਰ ਇਹ ਨਹੀਂ ਸੋਚਦੇ ਕਿ ਜੇ ਅਸੀਂ ਸਾਡੇ 30,000 ਰੁਪਏ ਮਹੀਨੇ ਦੀ ਸੈਲਰੀ ਹੈ, ਲੇਕਿਨ ਅਸੀਂ ਵਿਆਹ ਦੇ ਉੱਤੇ 4-5 ਲੱਖ ਰੁਪਇਆ ਖਰਚ ਰਹੇ ਹਾਂ, ਉਹ ਵੀ ਲੋਨ ਲੈ ਕੇ ਜਾਂ ਫਿਰ ਅਸੀਂ ਕਰਜ਼ਾ ਲੈ ਕੇ, ਠੀਕ ਹੈ, ਕਿਸੇ ਤੋਂ ਮੰਗ ਕੇ ਕਰ ਰਹੇ ਹਾਂ। ਫਿਰ ਉਸ ਤੋਂ ਬਾਅਦ ਤੁਹਾਨੂੰ ਆਪਣੇ ਹੀ ਆਪ ਨੂੰ ਪ੍ਰੋਬਲਮ ਹੋਏਗੀ। ਤੁਸੀਂ ਇੱਕ ਦੂਜੇ ਨੂੰ ਕਹੋਗੇ, ਜੇ ਮੰਨ ਲਓ ਕੋਈ ਤੁਸੀਂ ਵਿਆਹ ਕੇ ਕੁੜੀ ਨੂੰ ਘਰ ਲਿਆਂਦਾ, ਕੱਲ ਨੂੰ ਤੁਸੀਂ ਉਹਨੂੰ ਸੁਣਾਓਗੇ ਅਸੀਂ ਤੁਹਾਡੇ ਵਿਆਹ 'ਚ ਇੰਨਾ ਖਰਚਾ ਕੀਤਾ ਸੀਗਾ ਕਿ ਤੁਸੀਂ ਹਜੇ ਵੀ ਮੇਰਾ ਹੱਥ ਮਤਲਬ ਕਿ ਉਵੇਂ ਹੀ ਹੈ, ਤੁਸੀਂ ਹੋਰ ਅੱਗੇ ਮੰਗਣ ਲੱਗ ਪਏ ਹੋ, ਹਨਾ। ਉਹ ਸਾਰੀਆਂ ਚੀਜ਼ਾਂ ਦਿਮਾਗ ਦੇ ਵਿੱਚ ਆਉਂਦੀਆਂ, ਲੇਕਿਨ ਇੱਕ ਵਾਰ ਨਹੀਂ ਕਈ ਵਾਰੀ ਆ ਜਾਂਦੀਆਂ। ਤੇ ਫਿਰ ਬਾਅਦ 'ਚ ਜਿਹੜੇ ਲੋਕਾਂ ਤੋਂ ਤੁਸੀਂ ਕਰਜ਼ਾ ਮੰਗਿਆ ਹੁੰਦਾ ਜਾਂ ਫਿਰ ਜਿਹੜੇ ਬੈਂਕ ਤੋਂ ਤੁਸੀਂ ਮੰਗਿਆ ਹੁੰਦਾ, ਫਿਰ ਉਹਦਾ ਤੁਸੀਂ ਕਰਜ਼ਾ ਨਹੀਂ ਉਤਾਰ ਸਕਦੇ, ਹਨਾ। ਤੁਹਾਨੂੰ ਇਹ ਲੱਗਦਾ ਹੈ ਕਿ ਯਾਰ ਮੈਂ ਤਾਂ ਕਰਜ਼ਾ ਜ਼ਿਆਦਾ ਲੈ ਲਿਆ, ਕਿਉਂਕਿ ਵਿਆਹ ਤਾਂ ਦੇਖੋ ਇੱਕ ਦਿਨ ਦੀ ਜਾਂ 2 ਦਿਨ ਦੀ ਜਾਂ 3 ਦਿਨ ਦੀ ਖੇਡ ਹੈ। ਉਸ ਤੋਂ ਬਾਅਦ ਨਾ ਤੁਹਾਨੂੰ ਰਿਸ਼ਤੇਦਾਰ ਵੀ ਜੇ ਤੁਹਾਨੂੰ ਬੋਲਣਗੇ ਕਿ ਤੂੰ ਕਿੱਦਾਂ ਦਾ ਵਿਆਹ ਕੀਤਾ, ਨੋਰਮਲੀ ਕਰਤਾ, ਤਾਂ ਉਹ ਵੀ ਕਿੰਨੇ ਦਿਨ ਬੋਲਣਗੇ। ਨਾਲੇ ਉਹਨਾਂ ਨੇ ਆਪਣੇ ਸਾਈਡ ਹੋ ਜਾਣਾ, ਉਹਨਾਂ ਨੇ ਸਾਰਾ ਕੁਝ ਕਰਨਾ, ਲੇਕਿਨ ਲਾਈਫ ਤੁਸੀਂ ਕੱਟਣੀ ਹੈ ਆਪਣੀ ਆਪ, ਠੀਕ ਹੈ। ਨਾਲੇ ਤੁਸੀਂ ਕੁੜੀ ਜਾਂ ਫਿਰ ਮੁੰਡੇ ਜਿਹੜਾ ਵੀ ਵਿਆਹ ਕਰਵਾਉਂਦੇ ਆ, ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜੇ ਅਸੀਂ ਜ਼ਿਆਦਾ ਖਰਚਾ ਕਰਦੇ ਹਾਂ, ਜੇ ਆਪਣੇ ਹੈਸੀਅਤ ਤੋਂ ਜ਼ਿਆਦਾ ਉਡਾਉਂਦੇ ਹਾਂ ਅਸੀਂ ਪੈਸੇ, ਤਾਂ ਉਹ ਸਾਡੇ ਲਈ ਹੀ ਨੁਕਸਾਨਦਾਇਕ ਹੈ। ਬਿਲਕੁਲ, ਵਿਆਹ ਕੋਈ ਅਜਿਹੀ ਚੀਜ਼ ਨਹੀਂ ਹੈ ਜਿਸ ਦੇ ਵਿੱਚ ਤੁਸੀਂ ਕਿਸੇ ਦੇ ਨਾਲ ਆਪਣੇ ਆਪ ਨਾਲ ਕੰਪੈਰੀਜ਼ਨ ਕਰੋ, ਤੁਲਨਾ ਕਰੋ ਕਿ ਉਹਨਾਂ ਨੇ ਇੰਨਾ ਵਧੀਆ ਵਿਆਹ ਕੀਤਾ ਤੇ ਅਸੀਂ ਕਿਵੇਂ ਦਾ ਵਿਆਹ ਕਰਨਾ। ਦਰਅਸਲ ਇੱਕ ਰੀਤੀ ਰਿਵਾਜ ਹੈ, ਜਿਸ ਰਿਵਾਜ ਦੇ ਨਾਲ ਕੁੜੀ ਨੂੰ ਘਰ ਦੇ ਆਪਣੀ ਮਰਜ਼ੀ ਦੇ ਨਾਲ, ਖੁਸ਼ੀ ਦੇ ਨਾਲ ਤੋਰਦੇ ਨੇ ਘਰ ਤੋਂ, ਤਾਂ ਕਿ ਉਹ ਮੁੰਡੇ ਦੇ ਘਰ ਜਾ ਕੇ ਵਸ ਸਕੇ। ਇਹ ਸਿਰਫ ਇੰਨੀ ਕੁ ਗੱਲ ਸੀ, ਪਰ ਇਸ ਨੂੰ ਹੁਣ ਇੰਨਾ ਜ਼ਿਆਦਾ ਵਧਾ ਚੜਾ ਕੇ ਦਿਖਾਇਆ ਜਾਂਦਾ ਹੈ। ਭਾਵੇਂ ਕਿਤੋਂ ਵੀ ਆਈਆਂ ਇਹ ਸਾਰੀਆਂ ਚੀਜ਼ਾਂ, ਪਰ ਹੁਣ ਆ ਚੁੱਕੀਆਂ ਨੇ, ਪੰਜਾਬ ਦੇ ਵਿੱਚ ਵੀ ਆ ਚੁੱਕੀਆਂ ਨੇ ਤੇ ਬਾਹਰ ਵੀ ਅਜਿਹੀ ਫਜ਼ੂਲ ਖਰਚੀ ਕੀਤੀ ਜਾ ਰਹੀ ਹੈ। ਬਿਹਤਰ ਹੋਵੇਗਾ ਕਿ ਲੋਕ ਆਪਣੇ ਵੱਲ ਦੇਖਣ, ਆਪਣੇ ਘਰਦਿਆਂ ਦੇ ਵੱਲ ਦੇਖਣ, ਆਉਣ ਵਾਲੇ ਸਮੇਂ ਦੇ ਵੱਲ ਦੇਖਣ ਕਿ ਅਸੀਂ ਆਉਣ ਵਾਲਾ ਸਮਾਂ ਕਿਵੇਂ ਸਾਂਭਣਾ ਹੈ। ਉਹੀ ਪੈਸੇ ਨੂੰ ਤੁਸੀਂ ਜਮ੍ਹਾਂ ਕਰਵਾ ਸਕਦੇ ਹੋ, ਉਸ ਨੂੰ ਦੁੱਗਣਾ ਕਰ ਸਕਦੇ ਹੋ। ਉਹੀ ਪੈਸੇ ਨੂੰ ਤੁਸੀਂ ਜਮ੍ਹਾਂ ਕਰਵਾ ਕੇ ਕੱਲ ਨੂੰ ਤੁਹਾਡੇ ਅੱਗੇ ਉਹਨਾਂ ਦੇ ਬੱਚੇ ਹੋਣਗੇ, ਉਹਨਾਂ ਦਾ ਅੱਗੇ ਪੀੜ੍ਹੀਆਂ ਆਉਣਗੀਆਂ, ਉਹ ਯੂਜ਼ ਕਰ ਸਕਦੇ ਨੇ। ਜਾਂ ਫਿਰ ਉਹਦਾ ਤੁਸੀਂ ਇੱਕ ਕੋਈ ਬਿਜ਼ਨਸ ਸ਼ੁਰੂ ਕਰ ਸਕਦੇ ਹੋ ਆਪਣੇ। ਅਗਲਾ ਉਹ ਜਿਹੜੇ ਤੁਸੀਂ ਇਨਕਮ ਕਰ ਰਹੇ ਹੋ, ਜਿਹੜੀ ਜਾਂ ਫਿਰ ਤੁਸੀਂ 30,000 ਕਮਾ ਰਹੇ ਹੋ, ਉਹੀ ਪੈਸਾ ਤੁਸੀਂ ਜੋੜ ਕੇ ਜਿਹੜਾ ਤੁਹਾਡਾ ਬਚਦਾ ਹੈ, ਉਹੀ ਤੁਸੀਂ ਆਪਣਾ ਇੱਕ ਅਲੱਗ ਤੋਂ ਕੋਈ ਵੀ ਬਿਜ਼ਨਸ ਸ਼ੁਰੂ ਕਰ ਸਕਦੇ ਹੋ, ਜਾਂ ਫਿਰ ਤੁਸੀਂ ਹੋਰ ਵੀ ਉੱਪਰ ਵੱਧ ਸਕਦੇ ਹੋ ਇਸ ਤਰ੍ਹਾਂ। ਹਾਂ ਬਿਲਕੁਲ, ਜੇ ਤੁਸੀਂ ਕੁਝ ਕਰਨਾ ਹੀ ਹੈ ਕਿ ਅਸੀਂ ਕੁਝ ਚੰਗਾ ਕਰਨਾ ਚਾਹੁੰਦੇ ਆ, ਤਾਂ ਉਹ ਪੈਸਾ ਕਿਤੇ ਹੋਰ ਵੀ ਵਰਤਿਆ ਜਾ ਸਕਦਾ ਹੈ। ਕਿਸੇ ਦੀ ਭਲਾਈ ਦੇ ਲਈ ਤੁਸੀਂ ਉਸ ਪੈਸੇ ਨੂੰ ਦੇ ਸਕਦੇ ਹੋ। ਇਹ ਨਹੀਂ ਕਿ ਤੁਸੀਂ ਜੋੜ ਕੇ ਰੱਖੋਗੇ ਤਾਂ ਫਿਊਚਰ ਦੇ ਵਿੱਚ ਉਹ ਖਤਮ ਹੋ ਜਾਏਗਾ ਜਾਂ ਖਰਾਬ ਹੋ ਜਾਏਗਾ। ਹਰੇਕ ਉਸ ਟਾਈਮ ਦੇ ਵਿੱਚ ਨਾ ਅੱਗੇ ਪੈਸੇ ਦੀ ਵੈਲਿਊ ਵੱਧਦੀ ਹੀ ਜਾਣੀ ਹੈ। ਜਦੋਂ ਮਤਲਬ ਕਿ ਪੈਸੇ ਦੀ ਵੈਲਿਊ ਵੱਧਦੀ ਜਾਣੀ ਹੈ, ਨਾਲੇ ਜਦੋਂ ਤੁਹਾਨੂੰ ਲੋੜ ਹੋਏਗੀ ਪੈਸੇ ਦੀ, ਤੁਹਾਨੂੰ ਕਹੋਗਾ ਹੁਣ ਉਸ ਸਮੇਂ ਤੁਹਾਨੂੰ ਮੰਗਣ ਦੀ ਲੋੜ ਨਹੀਂ ਪਏਗੀ। ਬਿਲਕੁਲ, ਜੇ ਤੁਸੀਂ ਪਹਿਲਾਂ ਹੀ ਵਿਆਹ ਤੇ ਵੀ ਕਰਜ਼ਾ ਚੱਕ ਲਿਆ, ਬੈਂਕ ਤੋਂ ਵੀ ਲਿਆ, ਰਿਸ਼ਤੇਦਾਰਾਂ ਤੋਂ ਵੀ ਮੰਗ ਲਿਆ, ਤਾਂ ਤੁਸੀਂ ਆਪਣੀ ਮਜਬੂਰੀ ਸਮੇਂ ਨਹੀਂ ਮੰਗ ਸਕਦੇ ਜਾ ਕੇ। ਉਹ ਕਹਿਣਗੇ ਤੀਸਰੇ ਦਿਨ ਦਾ ਕੰਮ ਹੈ ਕਿ ਇਹ ਪੈਸੇ ਮੰਗਣਾ, ਜਾਂ ਫਿਰ ਤੁਹਾਡੇ ਕੋਲ ਕੋਈ ਹੋਰ ਬੰਦਾ ਮੰਗ ਲੈਂਦਾ, ਜਾਂ ਫਿਰ ਦੇਣ ਜੋਗੇ ਨਹੀਂ ਰਹੋਗੇ, ਜਾਂ ਫਿਰ ਕੋਈ ਇਹੋ ਜਿਹੀ ਹਾਨੀ ਹੋ ਜਾਂਦੀ ਹੈ ਬੰਦੇ ਦੇ ਨਾਲ, ਕੋਈ ਪ੍ਰੋਬਲਮ ਹੋ ਜਾਂਦੀ ਹੈ, ਉੱਥੇ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਉੱਥੇ ਮਦਦ ਕਰੋ। ਨਾ ਹੋਵੇ ਇਹੋ ਜਿਹਾ, ਲੇਕਿਨ ਪਰਿਵਾਰ ਦੇ ਵਿੱਚ ਬਹੁਤ ਸਾਰੇ ਦੁੱਖ ਸੁੱਖ ਆਉਂਦੇ ਨੇ, ਉੱਥੇ ਤੁਸੀਂ ਆਪਣੇ ਪੈਸੇ ਯੂਜ਼ ਕਰ ਸਕਦੇ ਹੋ ਸਾਂਭੇ ਹੋਏ। ਬਿਲਕੁਲ, ਤਾਂ ਅਜਿਹੀ ਫਜ਼ੂਲ ਖਰਚੀ ਤੋਂ ਹਰੇਕ ਨੂੰ ਬਚਣਾ ਚਾਹੀਦਾ ਹੈ। ਨਾ ਸਿਰਫ ਵਿਆਹਾਂ ਸ਼ਾਦੀਆਂ ਤੇ ਫਜ਼ੂਲ ਖਰਚੀਆਂ ਕਰਨੀਆਂ ਚਾਹੀਦੀਆਂ ਨੇ, ਸਗੋਂ ਬਾਕੀ ਦੇ ਵੀ ਕਈ ਅਜਿਹੀਆਂ ਹਾਲਾਤ ਤੇ ਗੱਲਾਂ ਹੁੰਦੀਆਂ ਨੇ ਜਦੋਂ ਦੋ ਇਨਸਾਨ ਇਸ ਦੁਨੀਆ ਦੇ ਵਿੱਚ ਇਕੱਠੇ ਰਹਿੰਦੇ ਨੇ, ਅੱਗੇ ਅੱਗੇ ਖਰਚੇ ਵੀ ਵੱਧਦੇ ਜਾਂਦੇ ਨੇ। ਤਾਂ ਹਰ ਜਗ੍ਹਾ ਤੇ ਸੰਭਲ ਕੇ ਚੱਲਣਾ ਚਾਹੀਦਾ ਹੈ। ਫਜ਼ੂਲ ਖਰਚੀ ਨਹੀਂ ਕਰਨੀ ਚਾਹੀਦੀ, ਖਾਸ ਤੌਰ ਤੇ ਇਹਨਾਂ ਵਿਆਹਾਂ ਦੇ ਵਿੱਚ ਤਾਂ ਬਿਲਕੁਲ ਹੀ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹ ਲੱਖਾਂ ਦਾ ਸੌਦਾ ਹੁੰਦਾ ਹੈ। ਇਹ ਕੋਈ ਥੋੜੀ ਮੋਟੀ ਰਕਮ ਨਹੀਂ ਹੁੰਦੀ ਕਿ ਚਲੋ ਆਪਾਂ ਇੱਕ ਚੀਜ਼ ਹੋਰ ਕਰ ਲੈਨੇ, ਇੱਕ ਚੀਜ਼ ਹੋਰ ਕਰ ਲੈਨੇ, ਪਰ ਇਹ ਲੱਖਾਂ ਦੇ ਵਿੱਚ ਜਾ ਕੇ ਸਾਲ 2 ਸਾਲ 3 ਸਾਲ ਦੀ ਕਮਾਈ ਹੁੰਦੀ ਹੈ। ਇਹ ਬਿਲਕੁਲ ਮਾਂ-ਬਾਪ ਤਾਂ ਆਪਣੀ ਪੂਰੀ ਪੂੰਜੀ ਲਗਾ ਦਿੰਦੇ ਨੇ ਆਪਣੇ ਬੱਚਿਆਂ ਦੇ ਵਿਆਹ ਦੇ ਉੱਪਰ, ਪਰ ਇਹ ਬਿਲਕੁਲ ਫਜ਼ੂਲ ਖਰਚੀ ਹੈ। ਭਾਵੇਂ ਬੱਚਾ ਡਿਮਾਂਡ ਕਰੇ ਜਾਂ ਫਿਰ ਮਾਪੇ ਚਾਹਣ ਕਿ ਸਾਡੀ ਇੱਛਾ ਹੈ, ਪਰ ਇਹ ਦੋਹਾਂ ਪੱਖਾਂ ਤੋਂ ਹੀ ਗਲਤ ਹੈ, ਕਿਉਂਕਿ ਇਸ ਦੀ ਵਾਕਈ ਕੋਈ ਲੋੜ ਨਹੀਂ ਹੈ।